ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਠੀਕ ਗੱਲ ਚੱਲਦੇ ਆ ਲਖੀਮਪੁਰ ਦੀ ਮਾਮਲੇ ਦੀ ਗੱਲ ਕਰ ਰਹੇ ਆਪਾਂ। ਲਖੀਮਪੁਰ ਮੰਤਰੀ ਦੇ ਪੁੱਤਰ ਦਾ ਜਿਹੜਾ ਹੈ ਰਿਮਾਂਡ ਮਿਲ ਗਿਆ। ਕੀ ਕਹਿਣਾ ਚਾਹੋਗੇ? ਤੁਹਾਨੂੰ ਰਿਮਾਂਡ ਵੀ ਸ਼ਰਤਾਂ ਤੇ ਦਿੱਤਾ ਗਿਆ ਹੈ ਜੀ? देखो रिमांड ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੁਲਿਸ ਨੇ ਜਿਹੜੀਆਂ ਚੀਜ਼ਾਂ ਜ਼ਰੂਰੀ ਹੁੰਦੀਆਂ ਕੇਸ ਵਾਸਤੇ ਉਹ ਪੁੱਛਣੀਆਂ ਔਰ ਫਿਰ ਉਹਨਾਂ ਦੇ ਸਬੂਤ ਇਕੱਠੇ ਕਰਨੇ ਆ। ਵੈਸੇ ਤੇ ਬੇਸਿਕਲੀ ਆ ਚੀਜ਼ ਹੁੰਦੀ ਹੈ ਕਿ ਜੋ ਵੀ ਅਕਿਊਜ਼ਡ ਹੈ ABC ਕੋਈ ਵੀ ਹੈ ਤਾਂ ਉਹਦੇ ਤੋਂ ਪੁੱਛਗਿੱਛ ਇੰਟਰੋਗੇਸ਼ਨ ਕਰਕੇ ਉਸ ਤੋਂ ਬਾਅਦ ਉਹ ਚੀਜ਼ਾਂ ਜੋ ਕੇਸ ਨਾਲ ਜੁੜੀਆਂ ਨੇ ਉਹ ਸਾਰੇ ਤੱਥ सबूत ਜਿਹੜੇ ਇਕੱਤਰ ਕਰਕੇ ਅੱਗੇ ਪੇਸ਼ ਕੀਤੇ ਜਾਣ। ਬੇਸਿਕਲੀ ਰਿਮਾਂਡ ਦੀ ਜਿਹੜੀ ਹੈ ਉਹ ਆ ਵਿਆਖਿਆ ਕਹਿ ਲਓ ਜਾਂ ਮੰਤਵ ਕਹਿ ਲਓ। ਅੱਛਾ, ਹੁਣ 3 ਦਿਨ ਦਾ ਰਿਮਾਂਡ ਮਿਲਿਆ। ਬੇਸਿਕਲੀ ਉਹਨਾਂ ਨੇ ਵਿਰੋਧ ਇਸ ਗੱਲ ਤੇ ਕੀਤਾ ਸੀਗਾ ਕਿ ਆਲਰੇਡੀ ਇੰਨੇ ਘੰਟੇ ਇਨਵੈਸਟੀਗੇਸ਼ਨ ਹੋ ਗਈ ਆ ਤਾਂ ਸਾਰਾ ਜੀ ਗੱਲ ਹੈ ਕਿ ਕਰਨੀ ਤਾਂ ਤੁਸੀਂ ਇਨਵੈਸਟੀਗੇਸ਼ਨ ਹੈ, ਇੰਟਰੋਗੇਸ਼ਨ ਫਿਰ ਹੋ ਚੁੱਕੀ ਆ। ਬੇਸਿਕਲੀ ਜਦ ਆਪਾਂ ਜੇ ਦੇਖੀਏ ਤਾਂ ਇੰਟਰੋਗੇਸ਼ਨ ਸ਼ਬਦ ਹੀ ਇਸਤੇਮਾਲ ਕਰਦੇ ਨੇ ਇਹ। ਇੰਟਰੋਗੇਸ਼ਨ ਜਿਹੜੀ ਆ ਹੋ ਚੁੱਕੀ ਆ ਤਾਂ ਹੁਣ ਰਿਮਾਂਡ ਕਾਹਦੇ ਵਾਸਤੇ? ਪਰ ਅਦਾਲਤ ਨੇ 3 ਦਿਨ ਦਾ ਰਿਮਾਂਡ ਦਿੱਤਾ। ਮੇਰੇ ਖਿਆਲ ਦੇ ਨਾਲ ਹੋ ਸਕਦਾ ਇੱਕ ਅੱਧ ਦਿਨ ਦਾ ਹੋਰ ਰਿਮਾਂਡ ਜਿਹੜਾ ਵੱਧ ਜਾਵੇ। ਗੱਲ ਇਹ ਆ ਕਿ ਹੁਣ ਦੇਖੋ ਸਭ ਤੋਂ ਵੱਡੀ ਗੱਲ ਜਿਹੜੀ ਆ ਕਿ ਜੋ ਕਿਹਾ ਜਾ ਰਿਹਾ ਸੀਗਾ ਜਿੱਦਾਂ ਕਿਹਾ ਕਿ ਇਹ ਬੰਦਾ ਉੱਥੇ ਨਹੀਂ, ਉਹਦੇ ਬਾਪ ਵੱਲੋਂ ਇਹ ਗੱਲ ਕਹੀ ਜਾ ਰਹੀ ਸੀਗੀ ਕਿ ਇਹ ਬੰਦਾ ਘਟਨਾ ਵਾਲੀ ਜਗ੍ਹਾ ਤੇ ਮੌਜੂਦ ਨਹੀਂ ਸੀ, ਜੇ ਕੋਈ ਤੱਥ ਸਬੂਤ ਆਉਂਦਾ ਤਾਂ ਮੈਂ ਇਸਤੀਫਾ ਦੇ ਦਊਂਗਾ। ਪਰ ਕੱਲ ਇੱਕ ਖਬਰ ਆਈ ਸੀਗੀ ਕਿ CCTV ਦੇ ਵਿੱਚ ਉਹ ਥਾਰ ਗੱਡੀ 'ਚ ਬਹਿੰਦਾ ਨਜ਼ਰ ਆ ਰਿਹਾ। NDTV ਦੀ ਉਹ ਵੈਬਸਾਈਟ ਦੀ ਪੋਸਟ ਸੀਗੀ। ਫਿਰ ਇਸ ਤੋਂ ਇਲਾਵਾ ਇਹ ਗੱਲ ਵੀ ਸਾਹਮਣੇ ਆਈ ਜਿਹੜੇ ਉੱਥੇ ਲਖੀਮਪੁਰ ਦੇ ਵਿੱਚ ਗਰਾਊਂਡ ਜ਼ੀਰੋ ਤੋਂ ਰਿਪੋਰਟ ਕਰ ਰਹੇ ਸਨ ਕੁਝ ਪੱਤਰਕਾਰ ਕਿ ਦੇਖੋ ਇਹ ਦੰਗਲ ਤੋਂ ਕੁਝ ਸਮਾਂ ਗਾਇਬ ਰਿਹਾ ਔਰ ਦੰਗਲ ਬੰਦ ਹੋ ਗਿਆ, ਬਾਅਦ ਚ ਦੁਬਾਰਾ ਚਲਾਇਆ ਗਿਆ ਘਟਨਾ ਤੋਂ ਬਾਅਦ ਸ਼ਾਇਦ ਜਿੱਦਾਂ ਵੀਡੀਓਗ੍ਰਾਫੀ ਕਰਨ ਵਾਸਤੇ ਕਰਦਾ। ਤਾਂ ਹੁਣ ਵੱਡਾ ਸਵਾਲ ਇਹ ਹੋਇਆ ਕਿ ਜੇ ਆਪਾਂ ਦੇਖੀਏ ਤਾਂ ਕੀ ਅਸਤੀਫਾ ਹੋਏਗਾ, ਕਿਉਂਕਿ ਹੁਣ ਤਾਂ ਸਬੂਤ ਵੀ ਨਿਕਲਣੇ ਸਟਾਰਟ ਹੋ ਗਏ ਆ। ਔਰ ਇਸ ਮਾਮਲੇ ਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਆ ਮੈਂ ਕਹਿੰਦਾ ਕਿ ਰਿਮਾਂਡ ਤੋਂ ਵੀ ਵੱਡੀ, ਕਿਉਂਕਿ ਰਿਮਾਂਡ ਇੱਕ ਕਾਨੂੰਨੀ ਪਹਿਲੂ ਹੈ ਕੇਸ ਦਾ, ਉਹ ਕੋਈ ਵੱਡੀ ਖਬਰ ਨਹੀਂ। ਰਿਮਾਂਡ 1 ਦਿਨ ਦਾ ਮਿਲਦਾ, 2 ਦਿਨ ਦਾ ਮਿਲਦਾ, ਕੋਈ ਵੱਡੀ ਖਬਰ ਨਹੀਂ ਹੁੰਦੀ। ਰਿਮਾਂਡ ਇੱਕ ਫਾਰਮੈਲਿਟੀ ਵੀ ਹੈ। ਅੱਛਾ, ਕਿਉਂਕਿ ਉਦੋਂ ਰਾਤ ਨੂੰ ਉਹਨੂੰ ਅਰੈਸਟ ਪਾ ਕੇ ਤੇ ਜੇਲ੍ਹ ਕਰ ਲਿਆ ਗਿਆ। ਰਾਤ ਨੂੰ ਕੀ ਹੁੰਦਾ ਕਿ ਮੈਜਿਸਟ੍ਰੇਟ ਉਹ ਥੋੜੀ 1 ਵਜੇ ਸੁਣਵਾਈ ਕਰੇਗਾ 12 ਵਜੇ। ਫਿਰ ਇਹ ਹੁੰਦਾ ਕਿ ਜਿਹੜਾ ਸਮਰੱਥ ਜਿਹਦੀ ਜੁਰਿਸਡਿਕਸ਼ਨ ਬਣਦੀ ਉਸ ਮੈਜਿਸਟ੍ਰੇਟ ਨੇ ਹੀ ਕੇਸ ਸੁਣ ਕੇ ਰਿਮਾਂਡ ਦੇਣਾ ਹੁੰਦਾ ਹੈ। ਇਸ ਕਰਕੇ ਕਿਉਂਕਿ ਐਤਵਾਰ ਆ ਗਿਆ ਤੇ ਐਤਵਾਰ ਤੋਂ ਬਾਅਦ ਫਿਰ ਸੋਮਵਾਰ ਤੋਂ ਬਹਰਹਾਲ ਗੱਲ ਜਿਹੜੀ ਵੱਡੀ ਇਹ ਆ ਕਿ ਕੁਝ ਚੀਜ਼ਾਂ ਬਦਲਾਅ ਦੇ ਰੂਪ ਚ ਦੇਖੀਆਂ ਜਾ ਸਕਦੀਆਂ ਕਿ ਉਹਨਾਂ ਦੀ ਪਾਰਟੀ ਦੇ ਪ੍ਰਧਾਨ ਨੇ ਜਿਸ ਤਰ੍ਹਾਂ ਇੱਕ ਬਿਆਨ ਦਿੱਤਾ ਵੀਕਐਂਡ ਤੇ ਸੰਸਦ ਨੇ, ਉਹ ਆਪਣੇ ਆਪ ਦੇ ਵਿੱਚ ਕਾਫੀ ਮਾਇਨੇ ਰੱਖਦਾ ਹੈ। ਮਾਇਨਾ ਕੇਸ ਹੈ ਉਹ ਕਿ ਮਤਲਬ ਕਿ ਨੇਤਾ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਪਬਲਿਕ ਨੂੰ ਕੁਚਲ ਦਈਏ ਜਿੱਦਾਂ ਉਹਨੇ ਦੱਸਿਆ ਵਾ। ਤਾਂ ਇਹ ਕੁਛ ਨਾ ਕੁਛ ਇਸ਼ਾਰਾ ਹੈ ਕਿ ਅਜੇ ਮਿਸ਼ਰਾ ਤੇ ਦਬਾਅ ਬਣ ਸਕਦਾ ਹੈ। ਦੇਖੋ ਇਹ ਕੋਈ ਵੱਡੀ ਗੱਲ ਨਹੀਂ ਹੈ ਜੇ ਦਬਾਅ ਬਣ ਜਾਵੇ ਕਿ ਕੱਲ ਨੂੰ ਚਿਹਰਾ ਬਦਲ ਦਿੱਤਾ ਜਾਵੇ, ਕਿਉਂਕਿ ਜੇ ਤੁਸੀਂ ਦੇਖੋਗੇ ਤਾਂ ਇਹਨਾਂ ਨੇ ਮਤਲਬ ਕਿ ਜੇ ਚੇਂਜ ਵੀ ਕਰਨਾ ਹੋਇਆ ਤਾਂ ਕੋਈ ਬ੍ਰਾਹਮਣ ਚਿਹਰਾ ਬਿਠਾ ਸਕਦੇ ਆ ਕੈਬਨਿਟ ਦੇ ਵਿੱਚ। ਉਹਦੇ 'ਚ ਕੀ ਹੋਏਗਾ ਕਿ ਇੱਕ ਤੇ ਇਹ ਬਦਨਾਮੀ ਵਾਲਾ ਜਿਹੜਾ ਹੈ ਟਿੱਕਾ ਉਹ ਲੱਥ ਜਾਏਗਾ ਮੱਥੇ ਤੋਂ, ਔਰ ਦੂਸਰੀ ਜਿਹੜੀ ਕਿ ਭਰਪਾਈ ਵੀ ਬਿਹਤਰ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਕਿਉਂਕਿ ਬ੍ਰਾਹਮਣ ਸਮਾਜ ਦੇ ਵਿੱਚ ਕੁਛ ਨਾ ਕੁਛ ਨਿਰਾਸ਼ਾ ਜ਼ਰੂਰ ਹੈਗੀ ਆ ਕਿ ਹਾਂ ਭਾਈ ਸਾਨੂੰ ਪੂਰਾ ਉਹ ਮਾਣ ਸਤਿਕਾਰ ਨਹੀਂ ਮਿਲਿਆ ਜਿਹੜਾ ਕਿ ਸਰਕਾਰ 'ਚ ਮਿਲਣਾ ਚਾਹੀਦਾ ਸੀ। ਜਿਹੜੇ ਸੁਤੰਤਰ ਦੇਵ ਸਿੰਘ ਦੇ ਬੋਲ ਆ ਉਹ ਮੇਰੇ ਖਿਆਲ ਦੇ ਨਾਲ ਆਪਣੇ ਆਪ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਹਾਣੀ ਨੂੰ ਬਿਆਨ ਕਰਦੇ ਆ। ਬਾਕੀ ਦੇਖੋ ਕੀ ਬਣਦਾ ਹੈ ਕੀ ਨਹੀਂ ਬਣਦਾ। ਮੇਨ ਗੱਲ ਤੇ ਇਹ ਹੈ ਕਿ ਜੇ ਅਜੇ ਮਿਸ਼ਰਾ ਦਾ ਅਸਤੀਫਾ ਹੋ ਜਾਂਦਾ ਤਾਂ ਉਹਦੇ ਵਿੱਚ 2 ਚੀਜ਼ਾਂ ਦਾ ਬੜਾ ਵੱਡਾ ਰੋਲ ਰਹੇਗਾ। ਨੰਬਰ 1 ਕਿ ਜਿਹੜਾ ਇੱਕ ਰਾਜਨੀਤਿਕ ਦਬਾਅ ਬਣਿਆ ਜਿਹੜੀਆਂ ਪਰਿਸਥਿਤੀਆਂ ਨੇ। ਦੂਸਰਾ ਸੁਪਰੀਮ ਕੋਰਟ ਦਾ ਜਿਹੜਾ ਸਵੈ ਨੋਟਿਸ ਸੀਗਾ ਤਕਰੀਬਨ ਉਹਨੇ ਸਾਰੀ ਗੇਮ ਚੇਂਜ ਕਰਕੇ ਰੱਖ ਦਿੱਤੀ। ਮਤਲਬ ਕਿ ਉਹ ਟਿੱਪਣੀਆਂ ਜਿਹੜੀਆਂ ਸੀਗੀਆਂ ਜਿਹੜੀਆਂ ਰਿਕਾਰਡ ਤੇ ਆਈਆਂ ਉਹ ਟਿੱਪਣੀਆਂ ਨੇ ਇਹਨਾਂ ਦੀ ਪੋਜੀਸ਼ਨ ਬੜੀ ਕਸੂਤੀ ਕਰ ਦਿੱਤੀ। ਲਿਹਾਜ਼ਾ ਜਿਹੜੇ ਉਹ ਬੋਲ ਨੇ ਸੁਤੰਤਰ ਹੋ ਸਕਦਾ ਹੁਣ ਵਾਲੇ ਦਿਨਾਂ 'ਚ ਸੱਚੇ ਹੋ ਜਾਣ। ਮਤਲਬ ਸੱਚੇ ਉਹਨਾਂ ਦੇ ਤਾਂ ਬਿਆਨ ਹੈ ਹੀ ਆ
ਤੇ ਨੇਤਾ ਹੋਣ ਦਾ ਮਤਲਬ ਇਹ ਥੋੜੀ ਹੈ ਕਿ ਲੋਕਾਂ ਨੂੰ ਕੁਝ ਵੀ ਜਾਈਏ, ਤਾਂ ਇਹ ਹੋ ਸਕਦਾ ਕਿ ਚੇਂਜ ਦੇ ਸੰਕੇਤ ਹੋ। ਅੱਛਾ ਜੀ, ਆਪਾਂ ਆ ਜਾਈਏ ਪੰਜਾਬ ਦੇ ਵਿੱਚ ਇਸ ਵਕਤ ਕੋਲੇ ਨੂੰ ਲੈ ਕੇ ਮਤਲਬ ਕਾਫੀ ਮਤਲਬ ਇੱਕ ਬਹੁਤ ਵੱਡਾ ਆਰਟੀਕਲ ਲੰਬਾ ਚੌੜਾ ਦੇ ਤੱਤ ਦੇ ਆਧਾਰ ਕਿੱਥੋਂ ਕਿੱਥੇ ਤੱਕ ਇਹ ਚੱਲਣਾ, ਅਤੇ ਜੇ ਇਹ ਸੰਕਟ ਪੈਦਾ ਹੋ ਜਾਂਦਾ ਤਾਂ ਵੱਧਦਾ ਜਾਂਦਾ ਤਾਂ ਕੀ ਇਹਦੇ ਨਫੇ ਨੁਕਸਾਨ ਨੇ। ਚਲੋ ਜਿਨ੍ਹਾਂ ਨੂੰ ਨਫਾ ਹੋਣਾ ਉਹਨਾਂ ਨੂੰ ਪਤਾ ਹੀ ਹੈ, ਨੁਕਸਾਨ ਹੋਣ ਲੱਗਦਾ ਨੁਕਸਾਨ ਹੋਣਾ। ਪੰਜਾਬ ਦੇ ਵਿੱਚ ਜਿਹੜਾ ਬਿਜਲੀ ਸੰਕਟ ਹੈ ਉਹ ਵੱਧ ਰਿਹਾ, ਲਗਾਤਾਰ ਕੱਟ ਲੱਗ ਰਹੇ ਨੇ, ਔਰ ਇਹਦੇ ਉੱਤੇ ਤੁਹਾਡਾ ਕੀ ਪ੍ਰਤੀਕਰਮ, ਕੀ ਕਹਿਣਾ ਚਾਹੋਗੇ? ਇਹ ਦੇਖੋ ਜੀ, ਪੰਜਾਬ ਦੇ ਪਰਸਪੈਕਟਿਵ ਤੋਂ ਦੇਖੋਗੇ ਤਾਂ ਇਹ ਮਾਮਲਾ ਜਿਹੜਾ ਮੈਂ ਅੱਗੇ ਵੀ ਤੁਹਾਨੂੰ ਕਿਹਾ ਸੀਗਾ ਕਿ ਬਿਜਲੀ ਦੀ ਜਿਹੜੀ ਰਾਜਨੀਤੀ ਹੁੰਦੀ ਹੈ ਉਹ ਇੱਕ ਪੱਖ ਹੈ। ਬਿਜਲੀ ਦੀ ਜਿਹੜੀ ਸਾਡੀ ਮੌਜੂਦਾ ਇਸ ਵੇਲੇ ਪ੍ਰਣਾਲੀ 'ਚ ਸੂਰਤ ਹਾਲ ਹੈ ਉਹ ਇੱਕ ਦੂਸਰਾ ਪੱਖ ਹੈ। ਦੋ ਜੁਦਾ ਪੱਖ ਨੇ, ਦੋ ਜੁਦਾ ਪੱਖ ਨੇ। ਜਿਹੜੇ ਲੀਡਰ ਖਿਚੜੀ ਪਕਾਉਂਦੇ ਆ ਨਾ ਉਹ ਤਾਂ ਦੌੜ ਜਾਂਦੇ ਆ ਬਾਅਦ ਦੇ ਵਿੱਚ। ਤੁਸੀਂ ਹੁਣ ਵੇਖੋ ਕਿ ਜਦੋਂ ਪੰਜਾਬ ਤੇ ਸੰਕਟ ਹੈ, 500 ਕਰੋੜ ਦਾ ਨੁਕਸਾਨ ਹੈ ਜੀ ਸਾਡੇ ਉਦਯੋਗ ਦਾ। ਐਸੇ ਐਸੇ ਉਦਯੋਗ ਨੇ ਕਿ ਇੱਕ ਵਾਰੀ ਜੇ ਟ੍ਰਿਪਿੰਗ ਵੀ ਹੋ ਗਈ ਨਾ ਤਦ ਵੀ ਉਹਨਾਂ ਦਾ ਨੁਕਸਾਨ ਹੈ। ਐਸੇ ਐਸੇ ਉਦਯੋਗ ਨੇ। ਅਸੀਂ ਸਮੱਸਿਆਵਾਂ ਤੇ ਬੜੀਆਂ ਚਲੋ ਕਿ ਵਿਚਾਰਦੇ ਹਾਂ, ਪਰ ਕਦੇ ਜਿਹੜਾ ਕਾਰੋਬਾਰੀ ਆ ਉਦਯੋਗਪਤੀ ਉਹਦੀ ਸਮੱਸਿਆ 'ਚ ਜਾਓਗੇ ਨਾ ਤੁਸੀਂ, ਉਹਨਾਂ ਦੀਆਂ ਸਮੱਸਿਆਵਾਂ ਬਹੁਤ ਭਿਆਨਕ ਸਮੱਸਿਆਵਾਂ ਨੇ। ਕਿਉਂਕਿ ਸਾਨੂੰ ਇਹ ਲੱਗਦਾ ਯਾਰ ਇਹ ਬੰਦਾ ਬਹੁਤ ਤਗੜਾ ਕਾਰੋਬਾਰ, ਪਰ ਕਾਰੋਬਾਰ ਜ਼ਿਆਦਾਤਰ ਤੁਹਾਨੂੰ ਪਤਾ ਹੀ ਹੈ ਕਿ ਲੋਨ ਤੇ ਖੜੇ ਹੁੰਦੇ ਆ, ਆਰਡਰਾਂ ਤੇ ਖੜੇ ਹੁੰਦੇ ਆ, ਮੈਨੂਫੈਕਚਰਿੰਗ ਤੇ ਖੜੇ ਹੁੰਦੇ ਆ। ਸੋ ਉਹਨਾਂ ਦੀਆਂ ਸਮੱਸਿਆਵਾਂ ਜੇ ਦੇਖੋਗੇ ਤਾਂ ਉਹ ਆਪਣੇ ਪੱਧਰ ਤੇ ਵੱਖਰੀ ਕਿਸਮ ਦੀਆਂ ਨਜ਼ਰ ਆਉਣਗੀਆਂ। ਤਾਂ 500 ਕਰੋੜ ਦਾ ਡੇਲੀ ਇੱਕ ਅੰਦਾਜ਼ਾ ਹੈ ਕਿ ਪੰਜਾਬ ਦੇ ਵਿੱਚ ਨੁਕਸਾਨ ਹੋ ਰਿਹਾ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ 500 ਕਰੋੜ ਰੁਪਈਆ ਰਕਮ ਕਿੰਨੀ ਬਣੀ। ਫਿਰ ਦੂਜੀ ਗੱਲ ਜਿਹੜੀ ਆ ਕਿ ਕੱਲ ਪੰਜਾਬ ਦੇ ਵਿੱਚ 240 ਕਰੋੜ ਦੀ ਕਹਿੰਦੇ ਕਿ ਬਿਜਲੀ ਖਰੀਦੀ ਗਈ ਸੀ, ਤਦ ਵੀ ਕੱਟ ਜਿਹੜੇ ਆ ਹੁਣ ਵੀ ਮੈਂ ਗੱਲ ਕਰ ਰਿਹਾ ਤਾਂ ਪਿਛਲੇ 2 ਘੰਟੇ ਤੋਂ ਘੱਟ ਹੈ ਉਹਦੇ। ਤੇ ਜੇ ਦੇਖੋਗੇ ਤਾਂ 3 ਘੰਟਿਆਂ ਦਾ ਹੁਣ ਲੱਗੇਗਾ, 3 ਘੰਟਿਆਂ ਦਾ ਸ਼ਾਮ ਨੂੰ ਲੱਗਣਾ, 6 ਘੰਟਿਆਂ ਦਾ ਤਾਂ ਲਮਸਮ ਕੱਟ ਹੈਗਾ ਹੀ ਆ ਜੀ। ਤੇ ਹੋਰ ਵੱਧ ਗਿਆ ਤੇ ਕੋਈ ਕਹਿ ਨਹੀਂ ਸਕਦੇ। 244 ਕਰੋੜ ਰੁਪਏ। ਹੁਣ ਗੱਲ ਇਹੀ ਆ ਕਿ ਦੇਖੋ ਬਿਜਲੀ ਦੀ ਜਿਹੜੀ ਡਿਮਾਂਡ ਆ ਪੰਜਾਬ ਦੀ ਉਹ ਇਸ ਤਰ੍ਹਾਂ ਦੀ ਆ। ਅੱਗੇ ਵੀ ਮੈਂ ਤੁਹਾਨੂੰ ਅੰਕੜਿਆਂ ਨਾਲ ਦੱਸਿਆ ਸੀਗਾ ਕਿ ਉਹ ਜੇ ਤੁਸੀਂ ਥਰਮਲ ਬੰਦ ਕਰਾ ਕੇ, ਹੁਣ ਇੱਕ ਮੈਂ ਜਿਹੜੀ ਮਿਸਾਲ ਦੇ ਰਿਹਾ ਵਾਂ ਕਿ ਸਿੱਧੂ ਸਾਹਿਬ ਜਾਂ ਹੋਰ ਕਈ ਸੱਜਣ ਪੱਤਰਕਾਰ ਜਿਹੜੇ ਨੇ ਉਹ ਕਹਿੰਦੇ ਨੇ ਕਿ ਬਿਜਲੀ ਬਾਹਰੋਂ ਖਰੀਦ ਲਵਾਂਗੇ, ਸਸਤੀ ਪਊਗੀ। ਹਰ ਕੱਲ 13 ਰੁਪਏ ਯੂਨਿਟ ਬਿਜਲੀ ਪਈ ਹੈ ਪੰਜਾਬ 13 ਰੁਪਏ, ਜਿਹੜੀ ਕਿ 1 ਅਕਤੂਬਰ ਤੱਕ 4 ਰੁਪਏ ਸੀ। 13 ਰੁਪਏ। ਇਹਦਾ ਮਤਲਬ ਇਹ ਆ ਕਿ ਗਾਂ ਜਿੱਦਾਂ ਹੁਣ ਕੋਲੇ ਦਾ ਸੰਕਟ ਤੇ ਵੈਸੇ ਸਾਡੇ ਮੁਤਾਬਕ ਤੇ ਇੱਕ ਹੋਰ ਹੀ ਗੇਮ ਨਜ਼ਰ ਆਉਂਦੀ ਹੈ। ਪਰੰਤੂ ਗੱਲ ਇਹ ਹੈ ਕਿ ਜੇ ਕੱਲ ਨੂੰ ਹੁਣ ਕਿਉਂਕਿ ਨਿੱਜੀ ਸੈਕਟਰ ਦੇ ਵਿੱਚ ਜਦੋਂ ਇਹ ਚੀਜ਼ਾਂ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ ਨੇ, ਅੱਗੇ ਜਾ ਕੇ ਇਨਵੈਸਟਮੈਂਟ ਖੁੱਲ੍ਹਦੀ ਆ, ਜਿਵੇਂ ਬਿਜਲੀ ਉਹਦੇ 'ਚ ਇਨਵੈਸਟਮੈਂਟ ਪ੍ਰਾਈਵੇਟ ਪਲੇਅਰਾਂ ਦਾ ਹੋਣਾ ਪੈ ਹੀ ਆ ਹੀ ਚੁੱਕਿਆ। ਉਹਦੇ 'ਚ ਉਹਨਾਂ ਨੇ ਬਿਲਕੁਲ ਇੱਕ ਸ਼ਟਰ ਰਾਜ ਕਰਨਾ ਹੈ। ਸਰਕਾਰੀ ਕੋਲ ਇੰਡੀਆ ਵੀ ਜਾਏਗਾ, ਜਿਹੜੇ ਸਾਡੇ ਹੈਗੇ ਨੇ ਪਾਵਰਕਾਮ ਵਰਗੇ ਅਦਾਰੇ ਇਹ ਵੀ ਜਾਊਗੇ। ਉਹ 5 ਸਾਲ 7 ਸਾਲ ਸਰਵਾਈਵ ਕਰ ਜਾਣਗੇ, ਬਹੁਤ ਵੱਡੀ ਗੱਲ ਹੈ। ਤਾਂ ਉਸ ਤੋਂ ਬਾਅਦ ਨਿੱਜੀ ਪਲੇਅਰ ਆਉਣਗੇ। ਕੋਲਾ ਵੀ ਉਹਨਾਂ ਦਾ ਕਾਰੋਬਾਰ ਹੈ ਤੇ ਬਿਜਲੀ ਵੀ ਉਹਨਾਂ ਦਾ। ਬਿਲਕੁਲ ਦੋਵੇਂ ਚੀਜ਼ਾਂ ਨੇ। ਕਹਿਣ ਦਾ ਮਤਲਬ ਇਹ ਆ ਕਿ ਜੇ ਟੋਟਲੀ ਹੁਣ ਡਿਪੈਂਡੇਬਿਲਿਟੀ ਤੁਸੀਂ ਬਾਜ਼ਾਰ ਤੇ ਰੱਖੋਗੇ ਤਾਂ ਬਾਜ਼ਾਰ ਦੀਆਂ ਕੀਮਤਾਂ ਤਾਂ ਸਥਿਰ ਹੁੰਦੀਆਂ ਨੇ। ਪਰ ਜਿਹੜੀ ਤੁਹਾਡੀ ਆਪਣੀ ਪ੍ਰੋਡਕਸ਼ਨ ਆ ਉਹਦੀ ਇੱਕ ਕੀਮਤ ਤੈਅ ਆ, ਤੁਹਾਨੂੰ ਕੋਸਟ ਪੈਣਾ ਕਿ ਕੋਲਾ ਕਿੰਨੇ ਦਾ, ਜਾਂ ਸਾਰੀਆਂ ਚੀਜ਼ਾਂ ਤੈਅ ਨੇ ਤੁਹਾਡੀਆਂ, ਜਾਂ ਤੁਹਾਡੇ ਜਿਹੜੇ ਫਿਕਸ ਐਗਰੀਮੈਂਟ ਨੇ, ਤੁਹਾਡੇ ਚਾਰਜਸ ਨੇ, ਉਹ ਤੁਹਾਨੂੰ ਉਸੇ ਰੇਟ ਤੇ ਦੇਣਗੇ ਥਰਮਲ ਪਲਾਂਟ। ਜਿਸ ਉਹਨਾਂ ਦੇ ਸਮਝੌਤਿਆਂ 'ਚ ਜਿਹੜੇ ਕੁਛ ਕਰਨ ਵਾਲਾ ਉਹ ਕਰਵਾਉਣਾ ਵੀ ਚਾਹੀਦਾ। ਮੈਂ ਉਤਾਹ ਕੱਟਿਆ ਤਾਂ ਇਹ ਇੱਕ ਜਿਹੜੀ ਆ ਉਹ ਹਮੇਸ਼ਾ ਕਹਾਣੀ ਆਪਣੇ ਜ਼ਿਹਨ ਦੇ ਵਿੱਚ ਰੱਖਣ ਜਿਹੜੇ ਵੀ ਸੱਜਣ ਇਸ ਤਰ੍ਹਾਂ ਦੀਆਂ ਦਲੀਲਾਂ ਦਿੰਦੇ ਆ। ਇੱਕ ਤਾਂ ਇਹ ਹੈ ਕਿ ਟਰਾਂਸਮਿਸ਼ਨ ਤੁਹਾਡੀ ਜਿਹੜੀ ਆ ਮਹਿਜ਼ 7000 ਦੀ ਹੈ, 7000 ਮੈਗਾਵਾਟ ਦੀ ਹੈ, ਉਸ ਤੋਂ ਵੱਧ ਤੁਹਾਡੀ ਕਪੈਸਿਟੀ ਨਹੀਂ ਹੈ। ਤਾਂ ਤੁਹਾਨੂੰ ਚਾਹੀਦੀ ਹੈ 15000 ਮੈਗਾਵਾਟ ਸਪੀਡ 'ਚ, 15000 ਅਗਲੇ ਸਾਲ ਤੋਂ 16000 ਦੀ ਹੋ ਸਕਦੀ ਹੈ। ਤਾਂ ਬਾਕੀ ਜਿਹੜੀ 9000 ਆ, 9000 ਚੋਂ 4000 ਸਾਡੀ ਆਪਣੀ ਹੈ ਪੰਜਾਬ ਦੀ ਲੋਕਲ। ਜੇ ਉਹ ਬੰਦ ਕਰ ਦਿਓਗੇ ਉਹ ਰਹਿ ਜਾਏਗੀ 1000। ਤਾਂ ਜਿਹੜਾ 3000 ਦਾ ਖੱਪਾ ਪਹਿਲਾਂ ਹੀ ਬਣਿਆ ਪਿਆ ਉਹ ਵੱਧ ਕੇ ਤੁਹਾਡਾ ਡਬਲ ਹੋ ਜਾਏਗਾ। ਉਹਨੂੰ ਕਿਵੇਂ ਪੂਰਾ ਕਰੋਗੇ? ਤੁਹਾਡੇ ਕੋਲ ਆਪਸ਼ਨ ਜਿਹੜੇ ਆ ਉਹ ਇਹੀ ਹੋਣੇ ਚਾਹੀਦੇ ਆ। ਸੋਲਰ ਤੇ ਜਾਓ,
फिर मेरे ख्याल के नाल इंडिया नूं इधर जाना पवेगा, सोचना पवेगा, सोलर पे जाओ, पान पे जाओ, हिमाचल दे नाल तुहाडा बड़ा वधिया सैटअप हो सकदा है, या फिर न्यूक्लियर पावर बारे सोचो भाई, कुछ ना कुछ तुहानूं इदां दा सोचना ही पएगा जी। वॉइस ऑफ सिटी 1320 AM तुसीं सुनते देखते जा रहे हो चावला न्यूज़ नैटवर्क टोरंटो। अगर तुहाडा कोई क्वेश्चन है 905 813 1320 ते कॉल कर सकते हो। थैंक्स गिविंग डे का तुसीं आनंद माण रहे हो, लॉन्ग वीकेंड है, असीं तुहाडी सेवा दे विच हाज़र हाँ साडी इंटायर टीम दे नाल। अगला क्वेश्चन जिहड़ा है दोस्तों, मैं एक बेनती करा कि आर्टिकल अखबारां बोलदियां सैगमेंट के अधीन जां कोला संकट है ना, ਇਹਦਾ तकरीबन एक आर्टिकल है, कोई ज़्यादा नहीं तो मैनू उत्ते 25 ਤੋਂ 30 मिनट लगणगे जे मैं लगातार सिलसिलेवार ਉਹਨੂੰ पढ़ के सुना देवां ਉਹਦੇ मद्दां ਜਿਹੜੀਆਂ ने की फायदा कित्थे की ਹੁੰਦੀਆਂ ਨੇ। बहुत लंबा चौड़ा मेरे हत्थ लगा एक, पर कल के प्रोग्राम की कोशिश रहेगी कि तुहानूं साझा किया जाए तो वो जरूर सुनियो, तुहानूं पता लग जाएगा कित्थे कुंडी कित्थे फसी हुई है। सो कल कोशिश करांगे कि तुहानूं वो आर्टिकल मैं अखबारां बोलदी सैगमेंट के अधीन साझा करा। पंजाब दे विच ही नहीं, ये बहुत वड्डा होर भी मतलब पूरे भारत में भी, जिवें मिंटू जी ने दस्सिया कि प्राइवेट प्लेयर जिहड़े ने मुछां नूं वट दई फिर रहे हैं। खैर स्कॉलरशिप का मामला मिंटू जी काफ़ी चर्चा च है, अफसरां ते गाज डिगी है। मेरा कॉलर ने पहला कॉल लै ली आपां। हेलो दरबार जी पुरी बोल रहे हैं सर, एक क्वेश्चन जी। जी जी हाँ जी जनाब। हाँ मैं करते हैं जी। जी जी हाँ जी दिलबाग जी, मिंटू जी सत श्री अकाल तुहानूं दोनों नूं। मिंटू जी दी मैं पूरी डिटेल सुन रहा सी, कॉल बारे जिहड़ी कर रहे सी। वैसे जो भी कोई सिचुएशनल तुसीं इन्हां दे कमेंट्स लैंदे हो, बड़ी अच्छी तरह रिसर्च वर्क करके उन्हें डायसैक्ट करके सारा प्रेजेंट करते हैं। मेरा एक क्वेश्चन है जिहड़ा बड़े दिनों का मेरे दिमाग च घूम रहा सी, तो मैं कहा जी मिंटू जी इज द राइट परसन जिहड़े जवाब दे सकते हैं। एक गल्लां 70s ਦੀਆਂ ने जी, ਜਦੋਂ पोलिटिकल एनालिसिस होया करदे सी, इलैक्शन होया करदी सी, ਅਸੀਂ ਉਦੋਂ ਬੱਚੇ ਸੀ, ਸਾਨੂੰ ਚਾਹ ਇਸ ਕਰਕੇ ਚੜ ਜਾਂਦਾ ਸੀਗਾ ਬਈ ਜਦੋਂ ਇਲੈਕਸ਼ਨਾਂ ਹੋਣਗੀਆਂ ਤੇ ਤੁਹਾਨੂੰ ਯਾਦ ਹੋਣਾ ਉਦੋਂ ਪਲਾਸਟਿਕ ਦੇ ਜਾਂ ਲੋਹੇ ਦੇ ਬਿੱਲੇ ਦੇ ਜਿਹੜੇ ਪੋਲੀਟੀਕਲ ਲੋਕ ਇਹ ਵੰਡਿਆ ਕਰਦੇ ਸੀ। ਹਾਂਜੀ ਹਾਂਜੀ ਕਰਦੇ ਹੁੰਦੇ ਤੇ ਸਾਨੂੰ ਕਲੈਕਸ਼ਨ ਦੇ ਵਿੱਚ ਮਜ਼ਾ ਆਉਂਦਾ ਸੀਗਾ। ਮੈਨੂੰ ਹਾਲੇ ਤੱਕ ਯਾਦ ਹੈ ਜੀ, 3 ਪਾਰਟੀਆਂ ਸੀ ਤੇ 3 ਜਿਹੜੇ ਚੋਣ ਨਿਸ਼ਾਨ ਸੀ ਬੜੇ ਮਸ਼ਹੂਰ ਸੀਗੇ, ਉਹਨਾਂ ਬਾਰੇ ਮੈਂ ਪੁੱਛਣਾ ਚਾਹਾਂਗਾ। ਇੱਕ ਚੋਣ ਨਿਸ਼ਾਨ ਸੀ ਜੀ 2 ਬਲਦਾਂ ਦੀ ਜੋੜੀ ਦੇ ਕਿਸਾਨ ਕਾਂਗਰਸ ਦਾ, ਇੱਕ ਦੀਵਾ ਹੁੰਦਾ ਸੀ, ਸ਼ਾਇਦ ਉਦੋਂ RSS ਹੁੰਦੀ ਸੀ, ਪਤਾ ਨਹੀਂ BJP ਹੁੰਦੀ ਸੀ ਜਾਂ ਨਹੀਂ ਸੀ ਹੁੰਦੀ, ਤੇ ਤੀਜਾ ਚੋਣ ਨਿਸ਼ਾਨ ਸੀ ਜੀ ਤੱਕੜੀ ਵਾਲਾ ਜਿਹੜਾ ਚੋਣ ਨਿਸ਼ਾਨ ਹੈ ਉਹ ਤਾਂ ਖੈਰ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਕਿਡਨੈਪ ਹੋ ਚੁੱਕਿਆ ਹੈ, ਕਿੰਨਾ ਕੋਲ ਚਲਾ ਗਿਆ। ਬਾਕੀ ਜਿਹੜੇ 2 ਚੋਣ ਨਿਸ਼ਾਨ ਨੇ ਜੀ ਉਹ ਮਾਰਕੀਟ ਦੇ ਵਿੱਚ ਕਿਤੇ ਵੀ ਮਤਲਬ ਕਿੱਥੇ ਗਾਇਬ ਹੋ ਗਏ, ਔਰ ਕੀ ਲੌਜਿਕ ਸੀ, ਕਿਉਂ ਉਹ ਹਟਾਏ ਗਏ? ਕਾਂਗਰਸ ਵੱਲੋਂ ਬਲਦਾਂ ਦੀ ਜੋੜੀ ਤੇ ਕਿਸਾਨ, ਤੇ RSS ਵੱਲੋਂ ਦੀਪਕ ਜਿਹੜਾ ਰੋਸ਼ਨੀ ਦਾ ਇੱਕ ਸਿੰਬਲ ਸੀਗਾ ਜੀ। ਮੈਨੂੰ ਲੱਗਦਾ ਜੀ ਤੁਸੀਂ ਦੋਨੇ ਜਣੇ ਡਿਸਕਸ ਕਰਕੇ, ਔਰ ਮਿੰਟੂ ਜੀ ਸ਼ਾਇਦ ਹਾਂਜੀ ਜਨਸੰਘ ਦਾ ਸੀਗਾ ਜੀ ਉਹ ਦੀਵਾ ਨਾ, ਇਹ ਜਿਹੜੀ ਭਾਰਤੀ ਜਨਤਾ ਪਾਰਟੀ 80 ਦੇ ਦਹਾਕੇ 'ਚ ਆਪਣਾ ਸਫ਼ਰ ਸ਼ੁਰੂ ਕਰਦੀ ਹੈ, ਜਨਤਾ ਪਾਰਟੀ ਫਿਰ ਭਾਰਤੀ ਜਨਤਾ ਪਾਰਟੀ, ਇਹਦਾ ਸਫ਼ਰ ਲਾ ਲਓ ਕਿ ਐਮਰਜੈਂਸੀ ਤੋਂ ਬਾਅਦ ਹੀ ਸ਼ੁਰੂ ਹੁੰਦਾ ਹੈ। ਜਿਹੜਾ ਉਸ ਤੋਂ ਪਹਿਲਾਂ ਸੀ ਉਹ ਸੀ RSS, ਔਰ ਬਿਲਕੁਲ ਤੁਸੀਂ ਸਹੀ ਫਰਮਾਇਆ, ਦੁਰਸਤ ਫਰਮਾਇਆ, ਤਾਂ ਉਹ ਜਨਸੰਘ ਸੀ। ਤੇ ਉਹਨਾਂ ਨੇ ਸਰਕਾਰ ਵੀ ਬਣਾਈ ਹੋਈ ਹੈ, ਤੁਹਾਨੂੰ ਯਾਦ ਹੋਣਾ ਪੰਜਾਬ ਦੇ ਵਿੱਚ ਇੱਕ ਐਸੀ ਸਰਕਾਰ ਬਣੀ ਸੀ ਜਿਹਦੇ 'ਚ ਕਾਮਰੇਡ ਵੀ ਇਕੱਠੇ ਸਨ, ਤੇ ਜਿਹਦੇ ਵਿੱਚ ਇਹ ਜਨਸੰਘੀ, ਠੀਕ ਹੈ ਜੀ, ਇੱਕ ਕਲੀਅਰ ਹੋ ਗਈ। ਦੂਜਾ ਜਿਹੜਾ ਤੁਸੀਂ ਬਲਦਾਂ ਦੀ ਜੋੜੀ ਵਾਲਾ ਆਖਿਆ ਨਾ, ਉਹਦੇ 'ਚ ਕੀ ਹੈ ਕਿ ਬਲਦਾਂ ਦੀ ਜੋੜੀ ਵਾਲਾ ਜਿਹੜਾ ਚੋਣ ਨਿਸ਼ਾਨ ਸੀ ਉਹ ਜਦੋਂ ਨਹਿਰੂ ਕਾਲ ਖਤਮ ਹੁੰਦਾ ਹੈ, ਫਿਰ ਉਸ ਤੋਂ ਸ਼ਾਸਤਰੀ ਜੀ ਆਉਂਦੇ ਆ, ਸ਼ਾਸਤਰੀ ਤੋਂ ਬਾਅਦ ਤੁਹਾਨੂੰ ਪਤਾ ਕਾਂਗਰਸ ਟੁੱਟਦੀ ਹੈ, ਜਿਹੜੇ ਵੱਡੇ ਲੀਡਰ ਸੀ ਜੋ ਉਸ ਵੇਲੇ ਕਾਮਰਾਜ ਜਾਂ ਇਸ ਤਰ੍ਹਾਂ, ਉਹ ਇੱਕ ਸਿੰਡੀਕੇਟ ਅਲੱਗ ਹੋ ਗਿਆ ਸੀ। ਕਾਂਗਰਸ ਜਦੋਂ ਪਹਿਲੀ ਮਰਤਬਾ ਟੁੱਟ ਭੱਜ ਦਾ ਸ਼ਿਕਾਰ ਹੁੰਦੀ ਹੈ ਤਾਂ ਉਦੋਂ ਫਿਰ ਸਿੰਬਲ ਨੂੰ ਲੈ ਕੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਫਰੀडम, ਕਿਉਂਕਿ ਜ਼ਿਆਦਾਤਰ ਉਹ ਸੰਤਕ ਸੈਨਾਨੀ ਨਹੀਂ ਸੀਗੇ ਨਾ ਉਹ ਲੀਡਰ, ਉਹ ਕਹਿੰਦੇ ਸੀ ਕਿ ਕਾਂਗਰਸ ਅਸਲ ਦੇ ਵਿੱਚ ਅਸੀਂ ਆ ਕਿਉਂਕਿ ਅਸੀਂ ਫਰੀडम ਫਾਈਟਰ ਵੀ ਆ। ਤਾਂ ਉਦੋਂ ਜਿਹੜਾ ਚੋਣ ਨਿਸ਼ਾਨ ਦਾ ਸਿੰਬਲ ਦਾ ਜਿਹੜਾ ਰੌਲਾ ਪਿਆ ਸੀ, ਤਾਂ ਉਹਦੇ ਵਿੱਚ ਫਿਰ ਜਿਹੜਾ ਇਹਨਾਂ ਨੂੰ ਚੋਣ ਨਿਸ਼ਾਨ ਮਿਲਿਆ ਸੀਗਾ ਉਹ ਇੰਦਰਾ ਗਾਂਧੀ ਨੂੰ ਮਿਲਿਆ ਸੀਗਾ, ਗਾਂ ਤੇ ਵਛੜਾ, ਯਾਦ ਹੋਣਾ, ਠੀਕ ਹੈ ਜੀ। ਗਾਂ ਤੇ ਵਛੜਾ ਜਦੋਂ ਮਿਲਿਆ ਉਸ ਤੋਂ ਬਾਅਦ ਫਿਰ ਇੱਕ ਵਾਰੀ ਰੌਲਾ ਪਿਆ, ਉਹ ਤੋਂ ਬਾਅਦ ਫਿਰ ਪੰਜਾ ਮਿਲਿਆ। ਜਿਹੜੀ ਇੰਦਰਾ ਗਾਂਧੀ ਨੂੰ ਇਹ ਪੰਜੇ ਵਾਲੀ ਆ, ਵੀ ਦੱਸਦੇ ਆ ਕਿ ਬੂਟਾ ਸਿੰਘ ਨੇ ਫੋਨ ਕੀਤਾ ਸੀਗਾ, ਆਪਾਂ ਨੂੰ 2-3 ਚੋਣ ਨਿਸ਼ਾਨਾਂ ਦਾ ਨਾ ਉਹਨਾਂ ਨੇ ਜ਼ਿਕਰ ਕੀਤਾ ਕਿ ਇਲੈਕਸ਼ਨ ਕਮਿਸ਼ਨ ਦੇ ਰਿਹਾ,
ਇਹਨਾਂ ਨੇ ਜਦੋਂ ਟੈਲੀਫੋਨ ਕੀਤਾ ਉਦੋਂ ਇੰਦਰਾ ਗਾਂਧੀ ਦਿੱਲੀ 'ਚ ਵੀ ਹੈ ਨਹੀਂ ਸੀਗੀ, ਬਾਹਰੋਂ ਵੀ ਉਹਨਾਂ ਨੇ ਕਰ ਦਿੱਤਾ। ਹਾਲਾਂਕਿ ਉਹਨੂੰ ਕਹਿੰਦੇ ਪਹਿਲਾਂ ਫੋਨ ਸਮਝ ਨਹੀਂ ਲੱਗੀ, ਕੁਛ ਹੋਰ ਹੀ ਕਰਵਾਤਾ। ਫਿਰ ਬਾਅਦ ਦੇ ਵਿੱਚ ਕਿਉਂਕਿ ਉੱਥੇ ਨਾਲ ਇੱਕ ਪੰਜਾਬੀ ਸੀਗਾ ਕੋਈ, ਉਹਨੇ ਦੱਸਿਆ ਕਿ ਹਾਂ ਭਾਈ ਪੰਜਾ ਮਤਲਬ ਕਿ ਹਾਥ, ਫਿਰ ਉਹ ਖੋਏ ਬਣਿਆ। ਸੋ ਇਸ ਤਰ੍ਹਾਂ ਇਹ ਜਿਹੜੇ ਸਿੰਬਲ ਸੀਗੇ ਉਹ ਬਦਲਦੇ ਗਏ। ਮਿੰਟੂ ਜੀ, ਦਿਲਬਾਗ ਜੀ, ਤੁਹਾਡਾ ਬਹੁਤ ਬਹੁਤ ਥੈਂਕਸ ਇਹੋ ਜਿਹਾ ਐਨਾਲਿਸਿਸ ਡਿਟੇਲ ਦੇ ਵਿੱਚ, ਕਿਉਂਕਿ ਬਹੁਤ ਪੁਰਾਣੀ ਹਿਸਟਰੀ ਹੈ ਔਰ ਇਸ ਤਰ੍ਹਾਂ ਲੌਜੀਕਲੀ ਜਿਸ ਤਰ੍ਹਾਂ ਤੁਸੀਂ ਦੱਸਿਆ ਇਹ ਸ਼ਾਇਦ ਇਸ ਪ੍ਰੋਗਰਾਮ ਤੇ ਪੋਸੀਬਲ ਹੈ ਜੀ। ਥੈਂਕ ਯੂ ਤੁਹਾਡਾ, ਮਿਹਰਬਾਨੀ ਜੀ, ਸੋ ਨਾਈਸ ਹੋ, ਥੈਂਕ ਯੂ ਵੈਰੀ ਮੱਚ। ਔਰ ਸਕਾਲਰਸ਼ਿਪ ਦਾ ਮਾਮਲਾ ਚੱਲ ਰਿਹਾ ਸੀ ਮਿੰਟੂ ਜੀ, ਕੀ ਕਹਿਣਾ ਚਾਹੋਗੇ? ਹਾਂਜੀ ਹਾਂਜੀ, ਸਕਾਲਰਸ਼ਿਪ ਦਾ ਦੇਖੋ, ਮੈਂ ਤੁਹਾਨੂੰ 8-10 ਦਿਨ ਪਹਿਲਾਂ ਹੀ ਦੱਸਿਆ ਸੀਗਾ ਕਿ ਲੱਗਦਾ ਇਹ ਆ ਕਿ ਚਾਰਜ ਸ਼ੀਟ ਕਰੂਗੇ ਕੁਛ ਅਫਸਰਾਂ ਨੂੰ, ਚਾਰਜ ਸ਼ੀਟ ਕਰ ਦੇਣਗੇ, ਕਿਉਂਕਿ ਉਦੋਂ ਸੁਖ ਬਗਾਹਟ ਦੀ ਜਿਹੜੀ ਹੈ ਨਾ ਉਹ ਚੱਲ ਰਹੀ ਸੀਗੀ, ਰੋਸ਼ੀਆਂ ਸੀਗੀਆਂ ਕਿ ਹਾਂ ਭਾਈ ਹੋ ਸਕਦਾ ਵਾ ਕਿ ਕੁਛ ਅਫਸਰਾਨ ਜਿਹੜੇ ਆ ਉਹ ਚਾਰਜ ਸ਼ੀਟ ਕਰ ਦਿੱਤੇ ਜਾਣ, ਪਰ ਉਦੋਂ ਕੋਈ ਪੱਕੀ ਪੁਸ਼ਟੀ ਨਹੀਂ ਸੀਗੀ। ਬਾਅਦ ਦੇ ਵਿੱਚ ਪੰਜਾਬੀ ਮੀਡੀਆ ਤੁਹਾਨੂੰ ਪਤਾ ਕਿਸੇ ਹੋਰ ਰੁਝੇਵੇਂ ਚ ਰੁੱਝ ਗਿਆ, ਕਾਫੀ ਘਟਨਾਕ੍ਰਮ ਵਾਪਰੇ ਨੇ 8-10 ਦਿਨਾਂ ਦੇ ਵਿੱਚ, ਤਾਂ ਉਹ ਖਬਰ ਦੱਬ ਜੇ ਗਈ, ਨਹੀਂ ਇੰਨਾ ਕੋਈ ਬਹੁਤਾ ਪਤਾ ਲੱਗਿਆ। ਪਰ ਕੱਲ ਹੀ ਆਈ ਅਚਾਨਕ ਕਹਿ ਲਓ, ਯਕਦਮ ਕਹਿ ਲਓ ਕਿ ਰਾਜਕੁਮਾਰ ਵੇਰਕਾ ਜੀ ਨੇ ਪ੍ਰਮਾਣ ਕੀਤਾ ਕਿ 4 ਅਫਸਰਾਨ ਜਿਹੜੇ ਆ ਉਹ ਚਾਰਜ ਸ਼ੀਟ ਕੀਤੇ ਜਾਂਦੇ ਆ ਸਕਾਲਰਸ਼ਿਪ ਵਾਲੇ ਮਾਮਲੇ ਦੇ ਵਿੱਚ। ਚਲੋ ਦੇਖੋ, ਜਿੰਨਾ ਖਾਧੀਆਂ ਗਾਜਰਾਂ ਢਿੱਡ ਉਹਨਾਂ ਦੇ ਪੀੜ, ਉਹਨਾਂ ਕੀ ਠੀਕ ਆ, ਜਿਨ੍ਹਾਂ ਨੇ ਜੋ ਕੀਤਾ ਉਹਨਾਂ ਨੇ ਆਪਣਾ ਭੁਗਤਣਾ ਹੀ ਭੁਗਤਣਾ। ਮੇਰਾ ਕੰਸਰਨ ਤੇ ਉਹੀ ਹੈ ਨਾ ਕਿ ਦੇਖੋ ਗੱਲ ਇਹ ਆ ਕਿ ਬਹੁਤ ਆਸਾਨੀ ਦੇ ਨਾਲ ਜਿਹੜੇ ਮੰਤਰਾਲਿਆਂ ਨੂੰ ਸਾਂਭਦੇ ਆ, ਮੇਰਾ ਕੋਈ ਕਿਸੇ ਨਾਲ ਉਹ ਨਹੀਂ ਹੈਗਾ ਜ਼ਾਤੀ ਤੌਰ ਤੇ, ਨਿੱਜੀ ਤੌਰ ਤੇ, ਮੈਂ ਇਹ ਗੱਲ ਕਹਿਣਾ ਹਮੇਸ਼ਾ ਕਿ ਯਾਰ ਫਿਰ ਮੰਤਰੀ ਕਾਹਦੇ ਵਾਸਤੇ ਬਣਾਏ ਜਾਂਦੇ? ਜੇ ਉਹ ਮਤਲਬ ਕਿ ਉਹਨਾਂ ਦੇ ਹੁਣ ਜੇ ਤੁਸੀਂ ਦੇਖੋਗੇ ਸਾਧੂ ਸਿੰਘ ਧਰਮਸੋਤ ਹੁੰਦੇ ਸਨ, ਨਾਲ ਉਹ ਜੰਗਲਾਤ ਮੰਤਰਾਲੇ ਸੀ, ਜੰਗਲਾਤ ਦੇ ਵਿੱਚੋਂ ਵੀ ਇਹੋ ਜਿਹੀਆਂ ਖਬਰਾਂ ਆਈਆਂ। ਤੇ ਜਿਹੜਾ ਇਹ ਹੁੰਦਾ ਸਮਾਜਿਕ ਸੁਰੱਖਿਆ ਨਿਆਂ ਵਾਲਾ ਮਾਮਲਾ, ਇਹਦੇ ਚ ਆ ਜਾਂਦਾ, ਤਾਂ ਇਹਦੇ ਵਿੱਚ ਵੀ ਇਹੋ ਹਾਲ ਹੈ। ਤਾਂ ਮੰਤਰੀ ਕਾਹਦੇ? ਉਹ ਕਹਿੰਦੇ ਕਿ ਮੈਨੂੰ ਤਾਂ ਕੋਈ ਪਤਾ ਨਹੀਂ, ਅਫਸਰਾਂ ਨੇ ਕੀਤਾ, ਤੁਹਾਨੂੰ ਕੁਝ ਪਤਾ ਹੀ ਨਹੀਂ ਹੈ ਤਾਂ ਤੁਸੀਂ ਤੇ ਕਾਹਦੇ ਵਾਸਤੇ ਰੱਖਿਓ? ਸਭ ਤੋਂ ਵੱਡਾ ਸਵਾਲ ਇਹੀ ਰਹਿੰਦਾ। ਔਰ ਉਹਨੂੰ ਕੋਈ ਮਤਲਬ ਕਿ ਇੱਕ ਪੋਲੀਟੀਸ਼ੀਅਨ ਜਾਂ ਮੰਤਰੀ ਬਣਦਾ, ਪਤਾ ਨਹੀਂ ਉਹ ਕੀ ਕਰਦਾ, ਪਤਾ ਨਹੀਂ ਉਹ ਕੀ ਕਰਕੇ ਜਾਂਦਾ, ਉਹ ਲਾਂਭੇ ਹੋ ਜਾਂਦਾ, ਪਾਸੇ ਹੋ ਜਾਂਦਾ। ਹੁਣ ਦੇਖੋ, ਜੇ ਇਸ ਘੁਟਾਲੇ ਦੀਆਂ ਜੜ੍ਹਾਂ ਤੇ ਜਾਓਗੇ, ਜਿਹੜਾ ਇਹਨਾਂ ਦੇ ਆਪਣੇ ਅਫਸਰ ਨੇ ਕੱਢਿਆ, ਪਹਿਲਾਂ ਤੇ ਇਹ ਸੀਗਾ ਕਿ ਇਹਨਾਂ ਨੇ ਕਲੀਨ ਚਿੱਟ ਦੇ ਦਿੱਤੀ, ਕਾਂਗਰਸ ਨੇ ਕਲੀਨ ਚਿੱਟ ਦੇ ਦਿੱਤੀ, ਰੌਲਾ ਪਿਆ। ਫਿਰ ਆਪਣੀ ਹੀ ਇਨਕੁਆਰੀ, ਦੇਖੋ ਸਰਕਾਰੀ ਅਫਸਰ ਦੀ ਇਨਕੁਆਰੀ ਤੇ ਇੱਕ ਹੋਰ ਇਨਕੁਆਰੀ ਬਿਠਾ ਦਿੱਤੀ ਜਿੰਨੀ ਮਹਾਜਨ ਦੀ, ਪਰ ਉਹਦੇ ਚ ਵੀ ਉਹ ਘਟਾਲਾ ਘੱਟ ਕੇ ਚਲੋ ਰਹਿ ਗਿਆ ਥੋੜਾ ਜਿਹਾ, ਪਰ ਰਹਿ ਗਿਆ 9 ਕਰੋੜ ਦਾ ਰਹਿ ਗਿਆ। ਫਿਰ ਸਾਂਪਲਾ ਸਾਹਿਬ ਨੇ ਜਦੋਂ ਕੰਮ ਚੱਕਿਆ ਉਦੋਂ ਸਾਫ਼ ਹੋ ਗਿਆ, ਸਾਰਾ ਕੁਛ ਸਾਫ਼ ਹੋ ਗਿਆ, ਕਿਉਂਕਿ ਇਹ ਮਾਮਲਾ ਸੀਬੀਆਈ ਕੋਲ ਚੱਲ ਜਾਣਾ ਸੀ ਨਾ, ਕੇਂਦਰ ਦਾ ਪੈਸਾ ਵੀ ਆਉਂਦਾ ਸੀ। ਕੇਂਦਰ ਦਾ ਪੈਸਾ ਆਉਂਦਾ ਤਾਂ ਸੀਬੀਆਈ ਆਪਣੇ ਆਪ ਇਨਵੋਲਵ ਹੋ ਸਕਦੀ ਹੈ। ਸੋ ਇਹਨਾਂ ਨੇ ਫਿਰ ਹੁਣ ਇਹ ਗਾਜ਼ ਜਿਹੜੀ ਆ ਕੁਛ ਅਫਸਰਾਂ ਤੇ ਦੇ ਦਿੱਤੀ। ਪਰ ਗੱਲ ਇਹ ਆ ਕਿ ਜਿਹੜਾ ਇੱਕ ਅਫਸਰ ਆ ਉਹਦਾ ਜਿਹੜਾ ਸੀਨੀਅਰ ਹੁੰਦਾ ਸੀਗਾ ਉਹ ਬਾਅਦ ਦੇ ਵਿੱਚ ਕਾਂਗਰਸ ਜੁਆਇਨ ਕਰ ਗਿਆ ਤੇ ਇੱਕ ਕਹਿ ਲਓ ਕਿ ਸਦਨ ਦਾ ਰਾਹ ਵੀ ਖੜ ਗਿਆ, ਹਾਊਸ ਦਾ ਰਾਹ ਵੀ ਖੜ ਗਿਆ, ਨੁਮਾਇੰਦਾ ਬਣ ਗਿਆ, ਉਹ ਵੀ ਬਾਹਰ ਹੋ ਗਿਆ। ਮਤਲਬ ਇੱਕ ਬੰਦਾ ਅਫਸਰਸ਼ਾਹੀ ਦੇ ਵਿੱਚੋਂ, ਉਸੇ ਹੀ ਡਿਪਾਰਟਮੈਂਟ ਦੇ ਵਿੱਚੋਂ ਚਲੇ ਜਾਂਦਾ, ਸੀਨੀਅਰ ਪੋਸਟ ਤੋਂ ਆਪਣੀ ਲੈ ਕੇ ਸਵੈ ਰਿਟਾਇਰਮੈਂਟ ਇੱਥੇ ਆ ਕੇ ਉਹ ਬਣ ਗਿਆ, ਕੁਛ ਵੀ MP ਬਣ ਗਿਆ, MLA ਬਣ ਗਿਆ, ਹਾਰ ਗਿਆ, ਉਹ ਵੀ ਹਾਰ ਗਿਆ, ਉਹਦੀ ਕੋਈ ਜਵਾਬ ਨਹੀਂ। ਇੱਕ ਜਿਹੜਾ ਮੰਤਰੀ ਸੀਗਾ, ਹੁਣ ਉਹ ਜਾਂਦਾ ਵੀ ਉਸੇ ਪਾਰਟੀ ਦੇ ਵਿੱਚ ਹੀ ਹੈ ਨਾ ਜਿਹਦੀ ਸਰਕਾਰ ਆ, ਹੁਣ ਉਹੀ ਮੰਤਰੀ ਹੈ ਜਿਹੜਾ ਜਿਹਦਾ ਸਾਰਾ ਕੁਛ ਵੇਖਣਾ ਫਰਜ਼ ਸੀਗਾ, ਉਹ ਵੀ ਚੁੱਪ ਕਰਕੇ ਘਰ ਬੈਠ ਗਿਆ, ਕਿਸੇ ਨੇ ਕੋਈ ਜਵਾਬ ਤਲਬ ਨਹੀਂ ਕੀਤਾ। ਅਫਸਰ ਆ, ਅਫਸਰ ਹੋ ਸਕਦਾ ਸਾਲ ਨੂੰ, ਕਿਉਂਕਿ ਸਿੱਧੂ ਸਾਹਿਬ ਨੇ ਵੀ ਇੱਕ ਵਾਰੀ ਸਸਪੈਂਡ ਕੀਤੇ ਸੀ ਨਾ, ਤੁਹਾਨੂੰ ਯਾਦ ਹੋਣਾ, 3-4 ਬਾਅਦ ਦੇ ਵਿੱਚ ਕੋਰਟ ਚੋਂ ਬਾਹਰ ਹੋ ਗਏ। ਠੀਕ ਹੈ ਨਾ, ਅਫਸਰਸ਼ਾਹੀ ਜਿਹੜੀ ਆ ਉਹ ਹੋ ਸਕਦਾ ਸਾਲ 2 ਸਾਲ 3 ਸਾਲ ਕੋਈ ਖੱਜਲ ਖੁਆਰੀ ਚੱਲੇ ਤੇ ਉਸ ਤੋਂ ਬਾਅਦ ਫਿਰ ਬਾਹਰ ਹੋ ਗਏ, ਉਹਨਾਂ ਨੂੰ ਤਾਂ ਬਕਾਇਸ਼ਤਾ ਵੀ ਮਿਲ ਜਾਂਦੇ ਸਾਰੇ ਘਰ ਬੱਚਿਆਂ ਨੂੰ। ਇਹ ਚੀਜ਼ ਆ ਕਿ ਮੁੱਢਲੀ ਜਵਾਬਦੇਹੀ ਜਿਹੜੀ ਆ ਨਾ ਉਹ ਤੈਅ ਨਹੀਂ ਹੋ ਪਾ ਰਹੀ, ਨੂੰ ਅਕਾਊਂਟੇਬਿਲਿਟੀ ਆਪਾਂ ਕਹਿੰਦੇ ਆ ਨਾ, ਕਿ ਉਹ ਇੱਥੇ ਕਿਤੇ ਲੱਭਿਆ ਨਹੀਂ ਲੱਭਦੀ। ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ। ਆਖਰ ਦੇ ਵਿੱਚ 2 ਕੁਐਸਚਨ ਨੇ, ਕੁਇਕਲੀ ਮੈਂ ਚਾਹਾਂਗਾ ਕਿ ਬਰੀਫ ਕਰ ਦਿੱਤਾ ਜਾਵੇ। ਇੱਕ ਤਾਂ ਰਾਜਾ ਵੜਿੰਗ ਐਕਸ਼ਨ ਹੀ ਨਹੀਂ ਕਰ ਰਿਹਾ, ਬੜਾ ਜ਼ਬਰਦਸਤ ਐਕਸ਼ਨ ਲੈ ਰਿਹਾ, ਰਾਜਨੀਤੀ ਵੀ ਖੂਬ ਕਰ ਰਿਹਾ। ਦੇਖੋ ਰਾਜਨੀਤੀ ਤੋਂ ਭਾਵ ਇਹ, ਚਲੋ ਹੁਣ ਖਬਰ ਐਕਸਪਲੇਨ ਕਰਨ ਵਾਲੀ ਆ, ਰਾਜਨੀਤੀ ਤੋਂ ਭਾਵ ਕੀ ਆ ਕਿ ਰਾਜਾ ਵੜਿੰਗ ਨਾ ਸਿਰਫ
ਨੰਬਰ ਗੇਮ ਦੇ ਵਿੱਚ ਅੱਗੇ ਜਾ ਰਿਹਾ ਸਾਰੇ ਮੰਤਰੀਆਂ ਚੋਂ, ਬਲਕਿ ਉਹਨੇ ਹੁਣ ਜਿਹੜੀ ਕੱਲ ਲੈਟਰ ਕੱਢੀ ਆ, ਚਿੱਠੀ ਕੱਢੀ ਆ ਅਰਵਿੰਦ ਕੇਜਰੀਵਾਲ ਨੂੰ, ਉਹਦੇ ਵਿੱਚ ਜਿਸ ਤਰੀਕੇ ਨਾਲ 3-4 ਮੁਲਾਕਾਤਾਂ ਜਿਹੜੀਆਂ ਮੈਂਸ਼ਨ ਕੀਤੀਆਂ ਕਿ ਪਹਿਲਾਂ ਹੀ ਇਹਨਾਂ ਦੇ ਮਤਲਬ ਕਿ ਅਫਸਰਾਂ ਦੇ ਨਾਲ ਸਾਡੀਆਂ ਮੁਲਾਕਾਤਾਂ ਹੋਈਆਂ, ਜਿਹੜੀ ਏਅਰਪੋਰਟ ਨੂੰ ਬੱਸਾਂ ਜਾਣ ਦੀ ਗੱਲ ਹੁੰਦੀ ਆ ਸਰਕਾਰੀ, ਤੇ ਉਹਦੇ ਸੰਦਰਭ ਦੇ ਵਿੱਚ ਅਸੀਂ 3-4 ਵਾਰੀ ਪਹਿਲਾਂ ਇਹਨਾਂ ਦੇ ਨਾਲ ਬੈਠਕਾਂ ਕੀਤੀਆਂ, ਮਸਲਾ ਹੱਲ ਨਹੀਂ ਹੋਇਆ। ਮਤਲਬ ਕਿ ਉਹਨਾਂ ਨੂੰ ਮੈਂਸ਼ਨ ਕਰਨ ਦਾ ਡੇਟ ਬਾਈ ਡੇਟ ਉਹ ਕਿਤੇ ਨਾ ਕਿਤੇ ਸੰਕੇਤ ਹੈ ਸਿੱਧੇ ਤੌਰ ਤੇ ਕਿ ਆਮ ਆਦਮੀ ਪਾਰਟੀ ਨੂੰ ਵੀ ਉਹ ਇਸ ਮੁੱਦੇ ਤੇ ਕਟਹਿਰੇ 'ਚ ਖੜਾ ਕਰਨਾ ਚਾਹੀਦਾ ਕਿ ਭਾਈ ਇਹ ਮਸਲਾ ਹੱਲ ਨਹੀਂ ਕਰ ਰਹੇ। ਸੋ ਇਹ ਰਾਜਨੀਤੀ ਆ, ਉਹਦੇ 'ਚ ਐਕਸ਼ਨ ਤੇ ਤੁਹਾਡੇ ਸਾਹਮਣੇ। ਨਵਜੋਤ ਸਿੱਧੂ ਦਾ ਮੌਨ ਵਰਤ ਬੜਾ ਚਰਚਾ ਦੇ ਵਿੱਚ ਹੈ, ਮੌਨ ਵਰਤ 'ਚ ਵੀ ਨਹੀਂ ਪਹੁੰਚਿਆ ਜਨਾਬ। ਮੈਂ ਦੇਖੋ ਉਹ ਤਾਂ ਸੁਖਬੀਰ ਸਿੰਘ ਬਾਦਲ ਕੱਲ ਸੁਜੈਸਟ ਕਰ ਰਹੇ ਸੀਗੇ ਕਿ ਜੇ ਤੂੰ ਭਾਈ ਭਲਾ ਚਾਹੁੰਦਾ ਤੇ ਤੂੰ ਪੱਕੇ ਤੌਰ ਤੇ ਮੌਨ ਹੋ ਜਾ, ਪੰਜਾਬ ਦੇ ਵਿੱਚ ਪੱਕੇ ਤੌਰ ਤੇ ਹੋ ਜਾ, ਤੇਰਾ ਇੱਕ ਚੁੱਪ ਸੌ ਸੁੱਖਾ। ਹਾਂਜੀ, ਅੰਮ੍ਰਿਤਸਰ ਦੇ ਵਿੱਚ ਇਹਨਾਂ ਨੇ ਆਪਣੇ ਹਲਕੇ ਦੇ ਵਿੱਚ, ਕਿਉਂਕਿ ਪ੍ਰਿਯੰਕਾ ਗਾਂਧੀ ਇੱਕ ਹੋਰ ਚੀਜ਼ ਦੇਖਣ ਵਾਲੀ ਆ, ਪ੍ਰਿਯੰਕਾ ਗਾਂਧੀ ਨੂੰ ਬਹੁਤ ਜ਼ਿਆਦਾ ਪ੍ਰੋਜੈਕਟ ਕੀਤਾ ਜਾ ਰਿਹਾ ਇਹਨਾਂ ਦਿਨਾਂ ਦੇ ਵਿੱਚ, ਤੇ ਉਹ ਜਿਹੜੇ ਸਮਾਜਵਾਦੀ ਹੈ ਉਹ ਰੋਣ ਡਏ ਆ, ਕਹਿੰਦੇ ਕਿ ਪ੍ਰਿਯੰਕਾ ਨੇ ਕੁਛ ਵੀ ਨਹੀਂ ਕਰਨਾ ਕਾਂਗਰਸ ਦੇ ਵਿੱਚ, ਪਰ ਸਾਨੂੰ ਲੜਾਈ ਤੋਂ ਬਾਹਰ ਕਰਕੇ ਸਾਡਾ ਨੁਕਸਾਨ ਹੋ ਰਿਹਾ, ਕਿਉਂਕਿ ਫਾਈਟ ਤਾਂ ਉਹਨਾਂ ਦੇ ਵਿੱਚ ਹੀ ਹੋਣੀ ਹੈ ਨਾ ਕਿ ਇਲੈਕਸ਼ਨਾਂ 'ਚ ਆਪਾਂ ਦੇਖੀ ਆ। ਉਹ ਕਹਿੰਦੇ ਕਿ ਤਾਂ ਸਿੱਧੇ ਤੌਰ ਤੇ ਭਾਰਤੀ ਜਨਤਾ ਪਾਰਟੀ ਦਾ ਫਾਇਦਾ ਕਰਦੇ, ਤਾਂ ਉਹਨਾਂ ਨੇ ਆਪਣੀਆਂ ਰੈਲੀਆਂ ਰੂਲੀਆਂ ਦੇ ਨਾਂ ਬਦਲੇ। ਆ ਪ੍ਰਿਯੰਕਾ ਦੀ ਹੀ ਕਾਲ ਸੀਗੀ, ਜਿਹਦੀ ਕਾਲ ਹੀ ਸੀਗੀ ਕਿ ਮੌਨ ਵਰਤ ਰੱਖਿਆ ਜਾਵੇ। ਇਹਨਾਂ ਨੇ ਰੱਖਿਆ ਅੰਮ੍ਰਿਤਸਰ ਦੇ ਵਿੱਚ, ਸਿੱਧੂ ਜੀ ਦਾ ਆਪਣਾ ਏਰੀਆ ਸੀਗਾ, ਲੋਕ ਵੀ ਕਿਤੇ ਨਾ ਕਿਤੇ ਉਡੀਕ ਰਹੇ ਸੀਗੇ। ਸਿੱਧੂ ਸਾਹਿਬ ਕਹਿੰਦੇ ਜੀ ਕਿ ਮਾਤਾ ਜੀ ਦੇ ਦਰਸ਼ਨ ਨੂੰ ਗਏ ਨੇ, ਉਹ ਉੱਥੋਂ ਨਹੀਂ ਪਰਤ ਸਕੇ, ਮੌਸਮ ਖਰਾਬ ਹੋ ਗਿਆ, ਤੇ ਇਹ ਜਿਹੜੇ ਮੌਨ ਵਰਤਾਂ ਦੇ ਸੀਗੇ, ਇਹਨਾਂ ਕਿਸੇ ਦਾ ਫੋਨ ਵੱਜ ਜਾਵੇ, ਗਾਣਾ ਚੱਲ ਪਵੇ, ਕੋਈ ਆਪਣੇ ਕੰਨਾਂ 'ਚ ਕਿੰਨਾ ਕੁ ਜ਼ਰੂਰ ਪਤਾ ਆਪਸ ਦੇ ਵਿੱਚ ਮੌਨ ਵਰਤ ਵੀ ਮਤਲਬ ਕਿ ਪੂਰਾ ਭੌਣ ਵਰਤ ਹੀ ਬਣ ਗਿਆ। ਕਿਆ ਬਾਤ ਹੈ। ਉਦਾਂ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਉਹੀ ਵਾਪਰੀਆਂ। ਉਹ ਲੀਡਰ ਲੂਡਰ ਨੱਪ ਘੁੱਟ ਕੇ ਕਹਿੰਦੇ ਚੁੱਪ ਚੁੱਪ ਚੁੱਪ, ਕਿਤੇ ਕੋਈ ਆ ਗਿਆ ਸਤਿ ਸ੍ਰੀ ਅਕਾਲ ਜੀ, ਆਓ ਜੀ ਪ੍ਰਧਾਨ ਜੀ, ਆਓ ਜੀ ਪ੍ਰਧਾਨ, ਮੌਨ ਖਤਾ ਰਹਿ ਗਿਆ। ਹੁਣ ਕੋਈ ਲੀਡਰ ਆਵੇ ਤੇ ਇਹ ਮੌਨ ਨੂੰ ਬੈਠੇ ਰਹਿਣ, ਉਹਨੇ ਕਹਿਣਾ ਯਾਰ ਤੁਸੀਂ ਕਮਾਲ ਦੀ ਗੱਲ ਹੈ, ਮੇਰੇ ਤੇ ਬੇਇੱਜ਼ਤੀ ਕਰਾ ਦੀ ਜੀ, ਗਨਮੈਨ ਕੀ ਕਹਿਣਗੇ, ਕਹਿੰਦੇ ਜੀ ਆਇਆ ਨੂੰ। ਸੋ ਮੌਨ ਵਰਤ ਰੱਖਿਆ ਗਿਆ, ਪਰ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਕਹਿ ਲਓ ਕਿ ਬੀਬੀ ਪ੍ਰਿਯੰਕਾ ਗਾਂਧੀ ਦੀ ਪ੍ਰੋਜੈਕਸ਼ਨ ਜਿਹੜੀ ਹੈ ਕਾਫੀ ਵੱਡੇ ਪੱਧਰ ਤੇ ਨਜ਼ਰ ਆ ਰਹੀ ਹੈ ਜੇ ਯੂਪੀ ਦੇ ਮਾਮਲੇ 'ਚ ਦੇਖੀ। ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਥੈਂਕ ਯੂ ਵੈਰੀ ਮਚ, ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।